994 ਦੀ ਤਿਆਰੀ ਕਰ ਰਹੇ ਸਾਰੇ ਹੀ 82 ਕੈਡਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆ। ਸੋ ਆਪਾਂ ਇਸ ਤੋਂ ਪਹਿਲਾਂ ਕਿ ਜਿਹੜਾ ਵੀ ਕੰਮ ਕਰ ਚੁੱਕੇ ਆ ਮੈਨੂੰ ਉਮੀਦ ਆ ਪੂਰੀ ਚੰਗੀ ਤਰ੍ਹਾਂ ਤੁਸੀਂ ਉਹ ਕਰ ਰਹੇ ਹੋਵੋਗੇ। ਵੀਡੀਓ ਆਪਣੀ ਪਲੇਲਿਸਟ 'ਚ ਪਈਆਂ ਤੇ ਹੁਣ ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਉਹ ਆਧੁਨਿਕ ਕਾਲ ਨਾਲ ਸ਼ੁਰੂ ਹੁੰਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਆਪਾਂ 4 ਟੌਪਿਕ ਆਪਣੇ ਪੇਪਰ ਇਹਦੇ ਖਤਮ ਕਰ ਚੁੱਕੇ ਹਾਂ। ਜਿਹੜੇ ਸਟੂਡੈਂਟਸ ਨੇ ਉਹ ਟੌਪਿਕ ਅਜੇ ਤੱਕ ਨਹੀਂ ਦੇਖੇਗੇ ਉਹ ਤੁਸੀਂ मतलब कि टॉपिक जाके अपनी प्लेलिस्ट ਦੇ ਵਿੱਚ देख सकते हो। सो ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਉਹ ਆਧੁਨਿਕ ਕਾਵਿ ਨੂੰ ਲੈ ਕੇ ਹੈ। ਆਧੁਨਿਕ ਕਾਵਿ ਦੇ ਵਿੱਚ ਆਪਣੇ ਜਿਹੜੇ 5-6 ਕਵੀ ਹੈਗੇ ਆ, ਲਗਭਗ 6 ਕਵੀ ਹੈ, ਜਿਹਦੇ ਵਿੱਚ ਭਾਈ ਵੀਰ ਸਿੰਘ ਜੀ, ਧਨੀ ਰਾਮ ਚਾਤਰਿਕ, ਪ੍ਰੋਫੈਸਰ ਪੂਰਨ ਸਿੰਘ, ਅਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ ਤੇ ਇਸ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ। ਸੋ ਇਹ 5-6 ਜਿਹੜੇ ਆਪਣੇ मतलब कि ਕਵੀ ਹੈ ਜਾਂ ਜੋ ਵੀ ਆਪਣੇ ਆਧੁਨਿਕ ਕਵੀ ਜਾਂ ਆਧੁਨਿਕ ਕਵਿਤਾ ਦੇ ਵਿੱਚ ਜਿਹੜੇ ਵੀ ਆਉਂਦੇ ਆ ਕਵੀ ਤਾਂ ਉਹਨਾਂ ਬਾਰੇ ਆਪਾਂ ਚਰਚਾ ਕਰਾਂਗੇ ਇਸ ਪੂਰੇ मतलब कि ਜਿਹੜੇ ਹੁਣ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ। ਸੋ ਅੱਜ ਆਪਾਂ ਆਧੁਨਿਕ ਕਾਵਿ ਨੂੰ ਸ਼ੁਰੂ ਕਰਦੇ ਹਾਂ ਭਾਈ ਵੀਰ ਸਿੰਘ ਜੀ ਨਾਲ। ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਆਪਣਾ ਟੈਟ ਦੇ ਵਿੱਚ ਪੀਐਸ ਟੈਟ ਦੇ ਵਿੱਚ ਇੱਕ ਕੁਐਸਚਨ ਜੀਨ ਪਿਆਜੇ ਦਾ ਜ਼ਰੂਰ ਹੀ ਆਉਣਾ ਹੁੰਦਾ ਗਾ, ਤਾਂ ਉਸ ਤਰੀਕੇ ਨਾਲ ਜਿਹੜਾ ਹੁਣ ਆਪਣਾ ਪੇਪਰ ਏ ਆ ਇਹਦੇ ਵਿੱਚ ਵੀ ਜੀਨ ਪਿਆਜੇ ਵਾਂਗੂ ਹੀ ਇੰਪੋਰਟੈਂਟ ਭਾਈ ਵੀਰ ਸਿੰਘ ਹੈ। ਸੋ ਭਾਈ ਵੀਰ ਸਿੰਘ ਦਾ ਇੱਕ ਕੁਐਸਚਨ ਇੱਕ ਛੱਡ ਕੇ 2 ਵੀ ਆ ਸਕਦੇ ਆ। ਸੋ ਪੂਰਾ ਧਿਆਨ ਨਾਲ ਇਹ ਟੌਪਿਕ ਕਰਨਾ ਗਾ। ਸੋ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਟੌਪਿਕ ਸ਼ੁਰੂ ਕਰਦੇ ਹਾਂ। ਅੱਜ ਦਾ ਆਪਣਾ ਟੌਪਿਕ ਹੈ ਭਾਈ ਵੀਰ ਸਿੰਘ। ਭਾਈ ਵੀਰ ਸਿੰਘ ਆਧੁਨਿਕ ਕਵਿਤਾ ਦਾ ਕਵੀ ਹੈ, मतलब ਆਧੁਨਿਕ ਕਾਵਿ ਆਪਣਾ ਸ਼ੁਰੂ ਹੋ ਚੁੱਕਿਆ ਹੈ। ਤਾਂ ਭਾਈ ਵੀਰ ਸਿੰਘ 1872 ਤੋਂ ਲੈ ਕੇ 1957 ਤੱਕ ਇਹਨਾਂ ਦਾ ਜੀਵਨ ਕਾਲ ਹੈ ਜੀ। ਤਾਂ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈਸਵੀ ਨੂੰ ਪਿਤਾ ਸਰਦਾਰ ਚਰਨ ਸਿੰਘ ਅਤੇ ਮਾਤਾ ਉੱਤਮ ਕੌਰ ਜੀ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ ਸੀਗਾ। याद रखना है जन्म भी इंपॉर्टेंट है, जन्म डेट बर्थ डेट इंपॉर्टेंट है, क्योंकि कवि इंपॉर्टेंट है तो बर्थ डेट भी इंपॉर्टेंट है। 5 दसंबर 1872 ईस्वी सरदार चरण सिंह ते माता उत्तम कौर जी के घर होया अमृतसर विखे। भाई वीर सिंह जी नूं आधुनिक कविता का जन्मदाता भी कहा जाता है, क्योंकि जिन्ने भी कवियों की आपां गल कीती है भाई वीर सिंह, प्रोफैसर पूरन सिंह, प्रोफैसर मोहन सिंह, अमृता प्रीतम ते सुरजीत पात्र, इन्हों सारिਆਂ ही ਜਾਂ ਧਨੀ ਰਾਮ ਚਾਤਰਿਕ, ਇਹਨਾਂ ਸਾਰਿਆਂ ਨੂੰ ਹੀ ਆਧੁਨਿਕ ਕਵਿਤਾ ਦੇ ਜਨਮਦਾਤਾ मतलब कि ਇਹਨਾਂ ਨਾਲ ਆਧੁਨਿਕ ਕਾਵਿਧਾਰਾ ਜਿਹੜੀ ਸ਼ੁਰੂ ਹੋਈ ਸੀਗੀ। ਤਾਂ ਇਹਨਾਂ ਦਾ ਜਿਹੜਾ ਹੁਣ ਸਾਹਿਤ ਦੇ ਵਿੱਚ ਆਧੁਨਿਕ ਸਾਹਿਤ ਦੇ ਵਿੱਚ ਵਡਮੁੱਲਾ ਯੋਗਦਾਨ ਆ, ਤਾਂ ਭਾਈ ਵੀਰ ਸਿੰਘ ਨੂੰ ਆਧੁਨਿਕ ਕਵਿਤਾ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ। ਆਪ ਜੀ ਨੇ ਕਵਿਤਾ, ਵਾਰਤਕ, ਨਾਟਕ ਤੇ ਨਾਵਲ ਇਹ ਚੀਜ਼ਾਂ ਲਿਖੀਆਂ। ਆਪਾਂ ਦੇਖਾਂਗੇ ਕਿ ਜਿਹੜੀਆਂ ਕਵਿਤਾਵਾਂ ਲਿਖੀਆਂ, ਕਿਹੜੇ ਵਾਰਤਕ ਲਿਖੇ ਆ, ਕਿਹੜੇ ਨਾਟਕ ਲਿਖੇ ਆ ਤੇ ਕਿਹੜੇ ਇਹਨਾਂ ਨੇ ਨਾਵਲ ਲਿਖੇ ਆ। ਪੁੱਛ ਸਕਦਾ ਨਾਵਲ ਦਾ ਨਾਮ, ਕਿਉਂਕਿ ਇਹਨਾਂ ਦਾ ਜਿਹੜਾ ਨਾਵਲ ਸੀਗਾ ਉਹਦਾ ਮੈਂ ਅੱਗੇ ਜਾ ਕੇ ਜ਼ਿਕਰ ਕਰਦਾ ਵੀ ਇਹਨਾਂ ਦਾ ਪਹਿਲਾ ਨਾਵਲ ਕਿਹੜਾ ਸੀ। ਸੋ ਆਪਾਂ ਅੱਗੇ ਚੱਲਦੇ ਹਾਂ। ਆਪ ਜੀ ਨੇ ਸਿੱਖ ਇਤਿਹਾਸ ਲਿਖਣ ਅਤੇ ਸੰਪਾਦਨ ਦਾ ਕੰਮ ਵੀ ਕੀਤਾ, ਕਿਉਂਕਿ ਭਾਈ ਵੀਰ ਸਿੰਘ ਸੀ ਇੱਕ ਸੰਤ ਦੇ ਰੂਪ ਦੇ ਵਿੱਚ ਹੀ ਸੀਗੇ, ਕਿਉਂਕਿ ਬਹੁਤ ਸਾਰਾ ਇਹਨਾਂ ਨੇ मतलब ਕਿ ਸਿੱਖੀ ਨਾਲ ਜੁੜੇ ਹੋਏ ਸੀਗੇ। ਤਾਂ ਇਸ ਤਰ੍ਹਾਂ ਸਿੱਖ ਇਤਿਹਾਸ ਵਿੱਚ ਲਿਖਣ ਤੇ ਸੰਪਾਦਨ ਦਾ ਕੰਮ ਵੀ ਆਪ ਜੀ ਨੇ ਕੀਤਾ ਹੈ। ਤਾਂ ਆਪ ਜੀ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ਬਹੁਤ ਇੰਪੋਰਟੈਂਟ ਗੱਲ ਹੈ ਜੀ, ਇਹ ਤੁਸੀਂ ਨੋਟ ਕਰ ਲੈਣੀ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਹੈ। ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕੌਣ? ਭਾਈ ਵੀਰ ਸਿੰਘ। ਆਪ ਜੀ ਨੂੰ ਪੰਜਾਬੀ ਦਾ ਵੁਡਸਵਰਥ ਵੀ ਕਿਹਾ ਜਾਂਦਾ ਹੈ, ਯਾਦ ਰੱਖੋਗੇ। ਤਾਂ 1952 ਵਿੱਚ ਆਪ ਜੀ ਨੂੰ ਵਿਧਾਨ ਸਭਾ ਕਾਉਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ। ਸੋ ਇਹ ਜਿਹੜੀਆਂ ਗੱਲਾਂ ਤੁਸੀਂ ਆਪਣੇ ਧਿਆਨ 'ਚ ਰੱਖੋਗੇ। ਇਹਦੇ ਵਿੱਚ ਇੰਪੋਰਟੈਂਟ ਕੀ ਆ? ਇਹਦੇ ਵਿੱਚ ਇਹ ਇੰਪੋਰਟੈਂਟ ਇੱਕ ਤਾਂ ਕਿ ਆਧੁਨਿਕ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ, ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ, ਕਿਉਂਕਿ ਆਪਾਂ ਅੱਗੇ ਕਵਿਤਾਵਾਂ ਪੜ੍ਹਨ ਜਾ ਰਹੇ ਹਾਂ। ਜਿਵੇਂ ਛੋਟੀ ਜਿਹੀ ਕਵਿਤਾ ਇੱਕ ਸਮਾਂ, ਤੇ ਉਹਦੇ ਵਿੱਚ ਬਹੁਤ ਵੱਡਾ ਮੈਸੇਜ ਦਿੱਤਾ। ਇਸੇ ਤਰ੍ਹਾਂ ਜਿਵੇਂ ਬਿਨਫਸ਼ਾ ਦਾ ਫੁੱਲ ਜਾਂ ਟੁਕੜੀ ਜੱਗ ਤੋਂ ਨਿਆਰੀ ਜਾਂ ਇੱਛਾ ਬਲ ਤੇ ਡੂੰਘੀਆਂ ਛਾਵਾਂ, ਉਹ ਸਾਰੀਆਂ ਬਾਰੇ ਆਪਾਂ ਚਰਚਾ ਕਰਦੇ ਹਾਂ। ਤੇ ਇਸ ਤਰ੍ਹਾਂ ਨਿੱਕੀਆਂ ਨਿੱਕੀਆਂ ਕਵਿਤਾ ਦੇ ਵਿੱਚ ਵੱਡੇ ਮੈਸੇਜ ਦਿੱਤੇ ਇਹਨਾਂ ਨੇ। ਸੋ ਅੱਗੇ ਚੱਲਦੇ ਆਪਾਂ। ਆਪ ਜੀ ਨੂੰ 1955 ਵਿੱਚ ਕਾਵਿ ਪੁਸਤਕ ਮੇਰੇ ਸਾਈਆਂ ਜੀਓ ਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਮਿਲਿਆ ਸੀਗਾ। ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਹੈ ਜੀ, ਨੋਟ ਕਰੋਗੇ, ਯਾਦ ਰੱਖੋਗੇ ਇਹ ਗੱਲ ਕਿ ਇੱਕ ਤਾਂ ਸਾਨੂੰ ਯਾਦ ਰੱਖਣਾ 1955 ਤੇ ਇੱਕ ਕਾਵਿ ਪੁਸਤਕ ਕਿਹੜੀ ਸੀ? ਮੇਰੇ ਸਾਈਆਂ ਜੀਓ ਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਮਿਲਿਆ ਸੀ। ਸੰਨ 1956 ਵਿੱਚ ਆਪ ਜੀ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਲਾਹੌਰ, मतलब कि उदों पहला पंजाब यूनीवर्सिटी लाहौर सी, तो पंजाब यूनीवर्सिटी लाहौर ने डीलेट की मानरत डिग्री नाल आप जी नूं सन्मानित किया सी। आप जी पंजाबी भाषा, आप जी नूं पंजाबी भाषा का शेक्सपीयर वजों भी जाना जाता है, मतलब कि पंजाबी भाषा का शेक्सपीयर कहा जाता है। तो आधुनिक पंजाबी नावलों का मोढी नावलकार भी कहा जाता है, क्योंकि
ਆਪ ਜੀ ਦਾ ਪਹਿਲਾ ਨਾਵਲ ਸੁੰਦਰੀ ਸੀਗਾ ਜਿਹੜਾ ਉਹ ਆਇਆ ਸੀਗਾ। ਸੋ ਇਸ ਕਰਕੇ ਆਪ ਜੀ ਨੂੰ ਪੰਜਾਬੀ ਨਾਵਲਾਂ ਦਾ ਮੋਢੀ ਨਾਵਲਕਾਰ ਵੀ ਕਿਹਾ ਜਾਂਦਾ ਹੈ। ਸੋ ਚੱਲਦੇ ਭਾਈ ਵੀਰ ਸਿੰਘ ਜੀ ਦੀਆਂ ਪ੍ਰਮੁੱਖ ਕਵਿਤਾਵਾਂ ਰਚਨਾਵਾਂ ਜਾਂ ਜੋ ਵੀ ਇਹਨਾਂ ਦੀ ਸਾਹਿਤ ਦੇ ਵਿੱਚ ਇਹਨਾਂ ਦਾ ਯੋਗਦਾਨ ਆ, ਇੰਨੀਆਂ ਯਾਦ ਰੱਖਣੀਆਂ ਬਹੁਤ ਜ਼ਰੂਰੀ ਆ। ਇੰਨੀਆਂ ਮਤਲਬ ਕਿ ਸਫੀਸ਼ੀਐਂਟ ਆ, ਨਾ ਜ਼ਿਆਦਾ ਘੱਟ ਆ ਤੇ ਨਾ ਜ਼ਿਆਦਾ ਬਾਹਲੀਆਂ, ਕਿਉਂਕਿ ਜੇ ਲਿਖਣ ਨੂੰ ਆਈਏ ਤਾਂ ਇਹਨਾਂ ਦੀਆਂ ਰਚਨਾਵਾਂ ਤਾਂ ਬਹੁਤ ਹੈ ਤੇ ਲਿਖਦੇ ਲਿਖਦੇ ਸ਼ਾਇਦ ਬਲੈਕ ਬੋਰਡ ਵੀ ਫੁੱਲ ਹੋ ਜੇ। ਤਾਂ ਇੰਨੀਆਂ ਕਿ ਜ਼ਰੂਰੀ ਯਾਦ ਰੱਖਣੀਆਂ ਜਿਹੜੀਆਂ ਉਹੀ ਲਿਖੀਆਂ। ਰਾਣਾ ਸੂਰਤ ਸਿੰਘ, ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ ਬਹੁਤ ਇੰਪੋਰਟੈਂਟ ਆਈ। ਮਟਕ ਹੁਲਾਰੇ ਇਹਦੇ ਵਿੱਚ ਕਸ਼ਮੀਰ ਦੀ ਸੁੰਦਰਤਾ ਬਾਰੇ ਜਿਹੜਾ ਜ਼ਿਕਰ ਆਉਂਦਾ ਹੈਗਾ ਉਹ ਇਹਦੇ ਵਿੱਚ ਆਉਂਦਾ ਮਟਕ ਹੁਲਾਰੇ। ਮੇਰੇ ਸਾਈਆਂ ਜੀ ਉਹ ਇਹ ਵੀ ਇੰਪੋਰਟੈਂਟ ਆਪਾਂ ਨੂੰ ਪਤਾ ਹੈ 1955 ਦੇ ਵਿੱਚ ਇਸ ਕਵਿਤਾ ਲਈ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਮਿਲਿਆ ਸੀ। ਕੰਬ ਦੀ ਕਲਾਈ, ਕੰਤ ਮਹੇਲੀ, ਵਿਜੈ ਸਿੰਘ ਯਾਦ ਰੱਖਣਾ, ਸੁੰਦਰੀ, ਸਤਵੰਤ ਕੌਰ ਤੇ ਸੁਭਾਗ ਜੀ ਦਾ ਸੁਧਾਰ ਹੱਥੀ ਬਾਬਾ ਨਾਨਕ ਸਿੰਘ। ਲਓ ਜੀ ਇੱਥੋਂ ਲੈ ਕੇ ਤੇ ਇੱਥੋਂ ਤੱਕ ਇਹ ਨਾਵਲ ਹੈ, ਯਾਦ ਰੱਖਣਾ। ਸੁੰਦਰੀ ਨਾਵਲ ਸਭ ਤੋਂ ਪਹਿਲਾ ਨਾਵਲ ਸੀ, ਦੂਜਾ ਨਾਵਲ ਸੀ ਵਿਜੈ ਸਿੰਘ, ਉਸ ਤੋਂ ਬਾਅਦ ਸਤਵੰਤ ਕੌਰ ਤੇ ਸੁਭਾਗ ਜੀ ਦਾ ਸੁਧਾਰ ਹੱਥੀ ਬਾਬਾ ਨਾਨਕ ਸਿੰਘ। ਇਹ ਇਹਨਾਂ ਦੇ ਪ੍ਰਸਿੱਧ ਨਾਵਲ ਸੀ। 4 ਨਾਵਲ ਸੀਗੇ, ਯਾਦ ਰੱਖੋਗੇ। ਪਹਿਲਾ ਨਾਵਲ ਸੁੰਦਰੀ, ਦੂਜਾ ਵਿਜੇ ਸਿੰਘ, ਸਤਵੰਤ ਕੌਰ ਤੇ ਸੁਭਾਗ ਜੀ ਦਾ ਸੁਧਾਰ ਹੱਥੀ ਬਾਬਾ ਨਾਨਕ ਸਿੰਘ। ਇਹ ਯਾਦ ਰੱਖੋਗੇ ਇਹਨਾਂ ਦੇ ਨਾਵਲ। ਉਸ ਤੋਂ ਬਾਅਦ ਰਾਜਾ ਲਖਦਾਤਾ ਸਿੰਘ, ਇਹ ਇਹਨਾਂ ਦਾ ਇੱਕ ਨਾਟਕ ਸੀਗਾ, ਯਾਦ ਰੱਖੋਗੇ। ਉਸ ਤੋਂ ਬਾਅਦ ਆ ਇਹਨਾਂ ਦੇ ਵਾਰਤਕ ਭਾਗ ਚ ਆਉਂਦਾ ਹੈ ਗੁਰੂ ਨਾਨਕ ਚਮਤਕਾਰ, ਸ੍ਰੀ ਗੁਰੂ ਕਲਗੀਧਰ ਚਮਤਕਾਰ, ਅਸ਼ਟਗੁਰੂ ਚਮਤਕਾਰ। ਇਹ ਸਾਰੇ ਤੁਸੀਂ ਯਾਦ ਰੱਖਣੇ, ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ ਤੇ ਅਸ਼ਟਗੁਰੂ ਚਮਤਕਾਰ। ਇਸ ਤੋਂ ਇਲਾਵਾ ਜਿਹੜੀਆਂ ਆਪਣੇ ਸਿਲੇਬਸ ਦੇ ਵਿੱਚ ਕਵਿਤਾਵਾਂ ਹੈਗੀਆਂ ਇਹਨਾਂ ਦੀਆਂ ਭਾਈ ਵੀਰ ਸਿੰਘ ਜੀ ਦੀਆਂ, ਉਹ ਮਹੱਤਵਪੂਰਨ ਕਵਿਤਾਵਾਂ ਹੈਗੀਆਂ ਸਮਾਂ, ਬਿਨਫਸ਼ਾ ਦਾ ਫੁੱਲ ਤੇ ਬ੍ਰਿਸ਼। ਇਹ 3 ਕਵਿਤਾ ਜਿਹੜੀਆਂ ਬਹੁਤ ਇੰਪੋਰਟੈਂਟ ਆ। ਇਹਨਾਂ ਦੀ ਆਪਾਂ ਔਖੇ ਸ਼ਬਦਾਂ ਦੇ ਅਰਥ ਤੇ ਇਹਨਾਂ ਦੀ ਵਿਆਖਿਆ ਕਰਾਂਗੇ। ਤੇ ਜਿਹੜੀਆਂ ਹੋਰ ਕਵਿਤਾਵਾਂ ਮਹੱਤਵਪੂਰਨ ਆ, ਆਪਾਂ ਨੂੰ ਇਹਨਾਂ ਚੋਂ ਵੀ ਪੁੱਛੇ ਕੁਐਸਚਨ ਇੱਥੋਂ ਵੀ ਬਣ ਸਕਦਾ, ਜ਼ਰੂਰੀ ਨਹੀਂ ਇੱਥੋਂ ਹੀ ਬਣੇ, ਇਹਨਾਂ ਚੋਂ ਵੀ ਬਣਨ ਦਾ ਚਾਂਸ ਹੈ। ਇਹ 3-4 ਕਵਿਤਾ ਤਾਂ ਅਲੱਗ ਤੋਂ ਲਿਖੀਆਂ। ਪਿੰਜਰੇ ਪਿਆ ਪੰਛੀ, ਵੈਰੀ ਨਾਗ ਦਾ ਪਹਿਲਾ ਝਲਕਾ, ਇੱਛਾ ਬਲ ਤੇ ਡੂੰਘੀਆਂ ਸ਼ਾਮਾਂ। ਇੱਥੇ ਯਾਦ ਰੱਖਣਾ, ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਦੇ ਵਿੱਚ ਨਾ ਇੱਕ ਝਰਨੇ ਦੀ ਗੱਲ ਹੋ ਰਹੀ ਹੈ ਕਿ ਕਵੀ ਹੈ ਜਿਹੜਾ ਭਾਈ ਵੀਰ ਸਿੰਘ ਉਹ ਝਰਨੇ ਤੋਂ ਪੁੱਛ ਰਿਹਾ ਕਿ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ, ਇੱਛਾ ਬਲ ਝਰਨੇ ਦਾ ਨਾਂ ਵੀ ਤੂੰ ਕਿਉਂ ਲਗਾਤਾਰ ਵਗ ਰਿਹਾ। ਤਾਂ ਯਾਦ ਰੱਖਣਾ, ਪੁੱਛ ਸਕਦਾ ਵੀ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਦੇ ਵਿੱਚ ਕਿਸ ਦੀ ਗੱਲ ਹੋ ਰਹੀ ਹੈ ਤੇ ਇੱਕ ਝਰਨੇ ਦੀ ਗੱਲ ਹੋ ਰਹੀ ਹੈ। ਤਾਂ ਹੁਣ ਆਪਾਂ ਉਹ ਚੱਲਦੇ ਹਾਂ ਆਪਣਾ ਜਿਹੜੀਆਂ ਮਤਲਬ ਕਿ ਆਪਣੇ ਸਿਲੇਬਸ ਦੇ ਵਿੱਚ ਸਮਾਂ, ਬਿਨਸ਼ਵਾ ਦਾ ਫੁੱਲ ਤੇ ਬ੍ਰਿਸ਼, ਉਹਨਾਂ ਕਵਿਤਾਵਾਂ ਵੱਲ। ਪਹਿਲੀ ਕਵਿਤਾ ਹੈ ਜੀ ਸਮਾਂ। ਸਮਾਂ ਜਿਹੜੀ ਹੈ ਭਾਈ ਵੀਰ ਸਿੰਘ ਦੀ ਕਵਿਤਾ, ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਾ ਮੰਨੀ। ਮਤਲਬ ਕਿ ਇਸ ਕਵਿਤਾ ਵਿੱਚ ਭਾਈ ਵੀਰ ਸਿੰਘ ਜੀ ਇਸਤਰੀ ਰੂਪ ਦੇ ਵਿੱਚ ਸਮੇਂ ਬਾਰੇ ਤਰਲੇ ਬਿਨਤਾ ਕਰ ਰਿਹਾ ਕਿ ਸਮੇਂ ਨੂੰ ਮਤਲਬ ਕਿ ਰੋਕਣ ਦੀ ਕੋਸ਼ਿਸ਼ ਕਰ ਰਹੇ ਭਾਈ ਵੀਰ ਸਿੰਘ ਜੀ। ਤਾਂ ਮੈਂ ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਰਹੀ ਤਰੀਕ ਸਮੇਂ ਖਸਕਾਈ ਕਰਨੀ। ਮਤਲਬ ਕਿ ਮੈਂ ਸਮੇਂ ਨੂੰ ਰੋਕਣ ਦੀ, ਹਰ ਪਾਸੇ ਸਮੇਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮੈਂ ਸਮੇਂ ਨੂੰ ਫੜ ਕੇ ਪਿੱਛੇ ਨੂੰ ਖਿੱਚਣ ਦੀ ਵੀ ਕੋਸ਼ਿਸ਼ ਕੀਤੀ, ਪਰ ਸਮੇਂ ਨੇ ਹਰ ਵਾਰ ਮੇਰੇ ਤੇ ਆਪਦੀ ਕੰਨੀ ਖਸਕਾ ਲਈ। ਮਤਲਬ ਕਿ ਸਮਾਂ ਲੰਘ ਗਿਆ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤਰੀਕੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਮਤਲਬ ਕਿ ਮੈਂ ਬਥੇਰੇ ਰੁਕਾਵਟਾਂ ਪਾਈਆਂ ਸਮੇਂ ਨੂੰ ਰੋਕਣ ਲਈ, ਪਰ ਸਮੇਂ ਨੇ ਮੇਰੀ ਹਰ ਰੁਕਾਵਟ ਨੂੰ ਭੰਨ ਕੇ ਸਮਾਂ ਅੱਗੇ ਤੁਰਦਾ ਗਿਆ। ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਵਦਾ। ਮਤਲਬ ਕਿ ਕਵੀ ਸੰਬੋਧਨ ਕਰ ਰਿਹਾ ਵਿਅਕਤੀ ਨੂੰ ਵੀ ਅਜੇ ਵੀ ਟਾਈਮ ਹੈ, ਤੂੰ ਆਪਣਾ ਜਿਹੜਾ ਕੀਮਤੀ ਸਮਾਂ ਨੂੰ ਬਚਾ, ਤੂੰ ਆਪਣਾ ਜਿਹੜਾ ਕੀਮਤੀ ਸਮਾਂ ਨੂੰ ਵਿਅਰਥ ਨਾ ਗਵਾ। ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਵਦਾ, ਇਹ ਠਹਿਰਨ ਜਾਚਣਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਕਿ ਇੱਕ ਵਾਰ ਜੇ ਸਮਾਂ ਲੰਘ ਗਿਆ ਇਹ ਮੁੜ ਕੇ ਵਾਪਸ ਨਹੀਂ ਆਉਂਦਾ। ਇਸ ਤਰ੍ਹਾਂ ਕਵੀ ਇਸ ਕਵਿਤਾ ਦੇ ਵਿੱਚ, ਸਮੇਂ ਕਵਿਤਾ ਦੇ ਵਿੱਚ ਸਮੇਂ ਦੀ ਕੀਮਤ ਬਾਰੇ ਦੱਸ ਰਿਹਾ ਹੈਗਾ। ਇਸ ਤਰ੍ਹਾਂ ਇੱਕ ਛੋਟੀ ਜਿਹੀ ਕਵਿਤਾ ਦੇ ਵਿੱਚ ਇੱਕ ਵੱਡਾ ਮੈਸੇਜ ਦਿੱਤਾ ਇਹਨਾਂ ਨੇ। ਤਾਂ ਅਗਲਾ ਜਿਹੜਾ ਇਹਨਾਂ ਦਾ ਕਾਵਿ ਸੰਗ੍ਰਹਿ ਹੈ ਬਿਨਫਸ਼ਾ ਦਾ ਫੁੱਲ। ਤਾਂ ਬਿਨਫਸ਼ਾ ਦਾ ਫੁੱਲ ਸ਼ੁਰੂ ਕਰਦੇ ਹਾਂ ਜੀ। ਮੇਰੀ ਛਿਪੀ ਰਹੇ ਗੁਲਜ਼ਾਰ ਮੈਂ ਨੀਵਾ ਉੱਗਿਆ। ਪਹਿਲੀ ਗੱਲ ਤਾਂ ਯਾਦ ਰੱਖਣਾ, ਬਿਨਫਸ਼ਾ ਦਾ ਫੁੱਲ ਹੁੰਦਾ ਕੀ ਆ। ਬਿਨਫਸ਼ਾ ਦਾ ਫੁੱਲ ਇੱਕ ਅਜਿਹਾ ਫੁੱਲ ਹੈ ਜੋ ਦਵਾਈਆਂ ਦੇ ਵਿੱਚ ਮਤਲਬ ਕਿ ਕੰਮ ਆਉਂਦਾ ਹੈ। ਤਾਂ ਉਹ ਮਤਲਬ ਕਿ ਕਵੀ ਉਸ ਫੁੱਲ ਦੇ ਰੂਪ ਵਿੱਚ ਬੋਲ ਰਿਹਾ। ਤਾਂ ਮੇਰੀ ਛਿਪੀ ਰਹੇ ਗੁਲਜ਼ਾਰ ਮੈਂ ਨੀਵਾ ਉੱਗਿਆ, ਕੋਈ ਲੱਗੇ ਨਾ ਨਜ਼ਰ ਟਪਾਰ ਮੈਂ ਪਰਬਤ ਲੁਕਿਆ। ਮਤਲਬ ਕਿ ਬਿਨਫਸ਼ਾ ਦਾ ਫੁੱਲ ਕਹਿ ਰਿਹਾ ਕਿ ਮੇਰੀ ਗੁਲਜ਼ਾਰ ਛਿਪੀ ਰਵੇ, ਮੈਂ ਇਸ ਸੰਸਾਰ ਤੋਂ ਛਿਪਿਆ ਰਵਾਂ, ਮੇਰੇ ਤੱਕ ਕਿਸੇ ਦੀ ਪਹੁੰਚ ਨਾ ਹੋਵੇ ਤੇ ਮੈਂ ਖੁਦ ਨੂੰ ਪਰਬਤਾਂ ਦੇ ਵਿੱਚ ਆਪਦੇ ਆਪ ਨੂੰ ਮਤਲਬ ਕਿ ਉਗਾਇਆ ਤਾਂ ਜੋ ਮੈਂ ਇਕੱਲਾ ਇੱਥੇ ਰਵਾਂ, ਮੇਰੇ ਤੇ ਕਿਸੇ ਦੀ ਨਜ਼ਰ ਨਾ ਪਵੇ। ਇੱਥੇ ਕਹਿਣ ਦਾ ਭਾਵ ਕਵੀ ਦਾ ਇਹ ਹੈ, ਕਵੀ ਆਪਦੇ ਆਪ ਨੂੰ ਬਿਨਫਸ਼ਾ ਦੇ ਫੁੱਲ ਨਾਲ ਕੰਪੇਅਰ ਕਰ ਰਿਹਾ। ਕਵੀ ਦੇ ਕਹਿਣ ਦਾ ਭਾਵ ਇਹ ਹੈ ਕਿ ਮੈਂ ਉਸ ਪਰਮ ਪਿਤਾ ਪਰਮਾਤਮਾ ਦੀ ਯਾਦ ਦੇ ਵਿੱਚ ਬਲੀਨ ਰਵਾਂ, ਮੈਨੂੰ ਕੋਈ ਮਤਲਬ ਕਿ ਇਹਦੇ ਵਿੱਚ ਕੋਈ ਵੀ ਡਿਸਟਰਬ ਨਾ ਕਰੇ। ਇੱਕ ਮਤਲਬ ਕਿ ਮੈਂ ਆਪਣੇ 'ਚ ਆਪੇ 'ਚ ਖੋਇਆ ਰਵਾਂ, ਉਸ ਪਰਮਾਤਮਾ ਦੀ ਯਾਦ 'ਚ ਖੋਇਆ ਰਵਾਂ।
मैं लिया आकाशो रंग जो सोख ना वनदा। कि बिनफशा ਦਾ ਫੁੱਲ ਕਹਿ ਰਿਹਾ ਕਿ ਜਿਹੜਾ ਮੈਂ ਇਹ ਰੰਗ ਹੈ ਇਹ ਆਕਾਸ਼ ਤੋਂ ਲਿਆ ਹੋਇਆ, ਹਾਂ ਧੁਰੋਂ ਗਰੀਬੀ ਮੰਗ ਮੈਂ ਆਇਆ ਜਗਤ ਤੇ। ਤਾਂ ਬਿਨਫਸ਼ਾ ਦਾ ਫੁੱਲ ਕਹਿ ਰਿਹਾ ਕਿ ਮੈਂ ਧੁਰੋਂ ਹੀ ਗਰੀਬ ਆ ਤੇ ਗਰੀਬੀ ਮੰਗਦਾ ਕਿ ਮੈਂ ਇੱਥੇ ਹੀ ਰਵਾਂ, ਆਪਣੀ ਜਗ੍ਹਾ ਦਿੱਕਤਾਂ ਦੇ ਟਿਕਿਆ ਰਵਾਂ ਤੇ ਮੈਂ ਮਤਲਬ ਕਿ ਕਿਸੇ ਦੇ ਹੱਥ ਨਾ ਲੱਗਾ। ਇਸੇ ਤਰ੍ਹਾਂ ਜਿਹੜਾ ਕਵੀ ਵੀ ਆ ਉਹ ਵੀ ਖੁਦ ਨੂੰ ਕਹਿ ਰਿਹਾ ਕਿ ਮੈਂ ਇੱਕ ਸਾਦਾ ਜੀਵਨ ਜੀਵਾਂ, ਮਤਲਬ ਕਿ ਮੈਨੂੰ ਕੋਈ ਵੀ ਠਾਠ ਬਾਠ ਦੀ ਜ਼ਰੂਰਤ ਨਹੀਂ। ਮੈਂ ਪੀਆ ਅਰਸ਼ ਦਾ ਤਰੇਲ, ਮੈਂ ਪੀਆ ਅਰਸ਼ ਦੀ ਤਰੇਲ ਭਲਾ ਮੈਂ ਕਿਰਨ ਖਾ। ਤਾਂ ਬਿਨਫਸ਼ਾ ਦਾ ਫੁੱਲ ਕਹਿ ਰਿਹਾ ਕਿ ਮੈਂ ਤਾਂ ਅਰਸ਼ਾਂ ਦੀ ਤਰੇਲ ਪੀ ਕੇ ਮਤਲਬ ਕਿ ਆਪਣਾ ਜੀਵਨ ਬਸਰ ਕਰਦਾ ਹੈ ਤੇ ਮਤਲਬ ਕਿ ਕਿਰਨਾਂ, ਸੂਰਜ ਦੀਆਂ ਕਿਰਨਾਂ ਖਾ ਕੇ ਆਪਣਾ ਜੀਵਨ ਬਸਰ ਕਰਦਾ ਹੈ। ਮੇਰੀ ਨਾਲ ਚਾਂਦਨੀ ਖੇਲ ਰਾਤ ਰਲ ਖੇਲੀਏ, ਤੇ ਮੈਂ ਖੇਡਦਾ ਚਾਂਦਨੀ ਨਾਲ ਕਿਉਂਕਿ ਮੈਂ ਸੰਸਾਰ ਦੇ ਨਾਲ ਮਿਲਣਾ ਨਹੀਂ ਚਾਹੁੰਦਾ, ਮੈਂ ਸੰਸਾਰ ਤੋਂ ਦੂਰ ਰਹਿਣਾ ਚਾਹੁੰਦਾ। ਮੈਂ ਮਸਤ ਆਪਣੇ ਹਾਲ ਮਗਨ ਗੰਧ ਆਪਣੀ, ਕਿ ਮੈਂ ਆਪਣੇ ਹਾਲ ਦੇ ਵਿੱਚ ਮਸਤ ਹਾਂ। ਬਿਨਫਸ਼ਾ ਦਾ ਫੁੱਲ ਕਹਿ ਰਿਹਾ ਕਿ ਮੈਂ ਆਪਣੇ ਹਾਲ ਦੇ ਵਿੱਚ ਮਸਤ ਹਾਂ। ਮਗਨ ਗੰਧ ਆਪਣੀ, ਤੇ ਮੇਰੀ ਆਪਣੀ ਸੁਗੰਧੀ ਮੈਨੂੰ ਮੋਹੰਦੀ ਹੈ, ਹਾਂ ਦਿਨ ਨੂੰ ਭੌਰੇ ਨਾਲ ਵੀ ਮਿਲਣੋਂ ਸੰਗਦਾ। ਤਾਂ ਬਿਨਫਸ਼ਾ ਦਾ ਫੁੱਲ ਕਹਿੰਦਾ ਵੀ ਜਦੋਂ ਦਿਨੇ ਭੌਰੇ ਵੀ ਆਉਂਦੇ ਆ ਮੈਨੂੰ ਉਹਨਾਂ ਨਾਲ ਮਿਲਣ ਤੋਂ ਵੀ ਇਤਰਾਜ਼ ਆ, ਮੈਂ ਖੁਦ ਵਿੱਚ ਮਸਤ ਰਹਿਣਾ ਚਾਹੁੰਦਾ। ਆ ਸੌਖੀ ਕਰਕੇ ਪਾਉਣ ਜਦੋਂ ਗੱਲ ਲੱਗਦੀ, ਸੌਖੀ ਕਰਕੇ ਪਾਉਣ ਮਤਲਬ ਕਿ ਜਦੋਂ ਹਵਾ ਚੱਲਦੀ ਆ ਤੇ ਮੇਰੇ ਨਾਲ ਆ ਕੇ ਵੱਜਦੀ ਆ, ਮੈਂ ਨਾ ਹੀ ਹਿਲਾਵਾਂ ਧੌਣ ਆਵਾਜ਼ ਨਾ ਕੱਢਦਾ। ਤਾਂ ਬਿਨਫਸ਼ਾ ਦਾ ਫੁੱਲ ਕਹਿੰਦਾ ਕਿ ਮੈਂ ਚੁੱਪ ਜੇ ਕਰਕੇ ਬਹਿ ਜਾਂਦਾ, ਉਦੋਂ ਮੈਂ ਖੁਦ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ, ਨਾ ਤਾਂ ਮੈਂ ਆਪਦੇ ਆਪ ਨੂੰ ਮਤਲਬ ਕਿ ਦਿਖਾਉਣਾ ਵੀ ਹਵਾ ਕਿਤੇ ਮੈਨੂੰ ਉਡਾ ਕੇ ਨਾ ਲੈ ਜੇ। ਤਾਂ ਹੋ ਫਿਰ ਵੀ ਟੁੱਟਾ ਹਾਏ ਵਿਛੋੜਨ ਵਾਲਿਓ। ਤਾਂ ਇੱਥੇ ਬਿਨਫਸ਼ਾ ਦਾ ਫੁੱਲ ਕਹਿ ਰਿਹਾ ਕਿ ਫਿਰ ਵੀ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਖਰ ਮੈਨੂੰ ਤੋੜ ਲਿਆ ਜਾਂਦਾ ਹੈ, ਮੇਰੀ ਭਿੰਨੀ ਇਹ ਖੁਸ਼ਬੂ ਕਿਵੇਂ ਨਾ ਛਿਪਦੀ। ਤੇ ਉਹ ਹੈਰਾਨ ਹੈ ਇਸ ਗੱਲ ਤੋਂ ਵੀ ਮੇਰੀ ਮੱਠੀ ਖੁਸ਼ਬੂ ਵੀ ਨਹੀਂ ਛਿਪ ਸਕਦੀ, ਇਹ ਵੀ ਜਿਹੜੇ ਤੋੜਨ ਵਾਲਿਆਂ ਤੱਕ ਚਲੀ ਜਾਂਦੀ ਆ ਤੇ ਤੋੜਨ ਵਾਲੇ ਮੈਂ ਜਿੱਥੇ ਵੀ ਲੁਕਿਆ ਹੁੰਦਾ ਉੱਥੋਂ ਮੈਨੂੰ ਤੋੜ ਕੇ ਲੈ ਜਾਂਦੇ ਆ। ਮੇਰੀ ਛਿਪੀ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ, ਹਾਂ ਪੂਰੀ ਹੁੰਦੀ ਨਾ ਮੈਂ ਤਰਨੇ ਲੈ ਰਿਹਾ। ਤਾਂ ਬਿਨਫਸ਼ਾ ਦਾ ਫੁੱਲ ਕਹਿ ਰਿਹਾ ਕਿ ਮੇਰੀ ਇੱਕੋ ਇੱਕ ਮੰਗ ਹੈ ਕਿ ਮੈਂ ਛਿਪਿਆ ਰਵਾਂ, ਸੰਸਾਰ ਤੋਂ ਦੂਰ ਰਵਾਂ, ਤੇ ਇਹ ਮੇਰੀ ਮੰਗ ਹੈ, ਪਰੰਤੂ ਇਹ ਮੇਰੀ ਮੰਗ ਪੂਰੀ ਨਹੀਂ ਹੁੰਦੀਗੀ। ਕਹਿੰਦਾ ਕਿ ਮੈਂ ਤਰਲੇ ਲੈ ਰਿਹਾ ਪਰ ਮੇਰੀ ਇਹ ਫਿਰ ਵੀ ਮੰਗ ਨਹੀਂ ਪੂਰੀ ਹੁੰਦੀ। ਤਾਂ ਕਵੀ ਭਾਈ ਵੀਰ ਸਿੰਘ ਇਸ ਕਵਿਤਾ ਦੇ ਜ਼ਰੀਏ ਇਹ ਕਹਿ ਰਹੇ ਆ ਕਿ ਮੈਂ ਇਕਾਂਤ ਦੇ ਵਿੱਚ ਜਾਂ ਆਪਣੇ ਰੱਬ ਦੀ ਮਸਤੀ ਦੇ ਵਿੱਚ ਖੋਇਆ ਰਹਿਣਾ ਚਾਹੁੰਦਾ, ਪਰ ਫਿਰ ਵੀ ਮੈਨੂੰ ਕਿਤੇ ਨਾ ਕਿਤੇ ਆ ਕਿ ਲੋਕਾਂ ਦੁਆਰਾ ਜਾਂ ਇਸ ਦੁਨੀਆ ਦੁਆਰਾ ਫਿਰ ਉਸੇ ਜਗ੍ਹਾ ਤੇ ਲਿਆਂਦਾ ਜਾਂਦਾ। ਇਸ ਤਰ੍ਹਾਂ ਜਿਹੜਾ ਬਿਨਫਸ਼ਾ ਦਾ ਫੁੱਲ ਹੈ ਕਵੀ ਖੁਦ ਨੂੰ ਉਹਦੇ ਨਾਲ ਮਤਲਬ ਕਿ ਕੰਪੈਰੀਜ਼ਨ ਕਰ ਰਿਹਾ। ਤਾਂ ਅਗਲੀ ਜਿਹੜਾ ਇਹਨਾਂ ਦਾ ਕਾਵਿ ਸੰਗ੍ਰਹਿ ਹੈਗਾ ਟੁਕੜੀ ਜੱਗ ਤੋਂ ਨਿਆਰੀ। ਤਾਂ ਪੜ੍ਹਦੇ ਹਾਂ। ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ, ਹੁਸਨ ਮੰਡਲ ਵਿੱਚ ਖੜੀ ਖੇਲਦੀ ਖੁਸ਼ੀਆਂ ਸ਼ਹਿਬਰ ਲਾਈ। ਕਿ ਕਵੀ ਕਹਿ ਰਿਹਾ ਕਿ ਮੈਨੂੰ ਅਰਸ਼ਾਂ ਦੇ ਵਿੱਚ ਇੱਕ ਕੁਦਰਤ ਦੀ ਦੇਵੀ ਨਜ਼ਰ ਆਈ ਹੈ ਤੇ ਉਹ ਹੁਸਨ ਮੰਡਲ ਵਿੱਚ ਇਉਂ ਲੱਗਦਾ ਜਿਵੇਂ ਖੇਡ ਰਹੀ ਹੋਵੇ, ਮਤਲਬ ਕਿ ਖੁਦ ਵੀ ਉਹ ਹੁਸਨ ਨਾਲ ਭਰਪੂਰ ਹੈ ਤੇ ਉਹਦੇ ਆਸੇ-ਪਾਸੇ ਵੀ ਜਿਵੇਂ ਕਿ ਖੁਸ਼ੀਆਂ ਸ਼ਹਿਬਰ ਲਾ ਰਹੀਆਂ। ਦੌੜੀ ਨੇ ਇੱਕ ਮੁੱਠ ਭਰ ਲੀਤੀ, ਇਸ ਵਿੱਚ ਕੀ ਆਇਆ? ਦੌੜੀ ਦਾ ਮਤਲਬ ਹੈ ਉਸ ਦੇਵੀ, ਉਸ ਕੁਦਰਤ ਦੀ ਦੇਵੀ ਨੇ ਇੱਕ ਮੁੱਠ ਭਰ ਲਈ। ਤਾਂ ਉਹ ਕਹਿੰਦਾ ਇਹਦੇ ਵਿੱਚ ਫਿਰ ਕੀ ਆਇਆ? ਪਰਬਤ ਟਿੱਲੇ ਅਤੇ ਕਰੇਵੇਂ ਵਿੱਚ ਮੈਦਾਨ ਸਹਾਇਆ। ਤਾਂ ਕਵੀ ਕਹਿ ਰਿਹਾ ਕਿ ਇਸ ਜੋ ਉਸਨੇ ਮੁੱਠ ਭਰੀ ਸੀ ਉਸ ਕੁਦਰਤ ਦੀ ਦੇਵੀ ਨੇ, ਇਸ ਦੇ ਵਿੱਚ ਪਰਬਤ ਟਿੱਲੇ ਕਰੇਵੇਂ ਨਦੀਆਂ ਝਰਨੇ ਉਹ ਕੁਛ ਆਇਆ ਇਹਦੇ ਵਿੱਚ। ਤਾਂ ਇਹ ਸਾਰਾ ਕੁਛ ਉਹਨੇ ਮਤਲਬ ਕਿ ਮੁੱਠ ਭਰ ਕੇ ਉਹ ਨੀਚੇ ਸਿੱਟਤਾ। ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ ਇਹ ਕੁਛ ਆਇਆ ਇਹਦੇ ਵਿੱਚ। ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਣ ਬਾਗਾਂ ਜੇ ਸੁੰਦਰ, ਬਰਫਾਂ ਮੀਂਹ ਧੁੱਪਾਂ ਤੇ ਬੱਦਲ ਰੁੱਤਾਂ ਮੇਵੇ ਪਿਆਰੇ, ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਵਿੱਚ ਸਾਰੇ। ਤਾਂ ਇਸ ਦੇ ਵਿੱਚ ਕਵੀ ਕਹਿ ਰਿਹਾ ਕਿ ਉਸ ਦੇ ਵਿੱਚ ਜਿਵੇਂ ਪਰਬਤ ਪਹਾੜ ਨਦੀਆਂ ਝਰਨੇ ਤਾਂ ਇਸ ਤਰ੍ਹਾਂ ਅਸਮਾਨੀ ਨਜ਼ਾਰੇ ਆਏ ਆ, ਮੀਂਹ ਧੁੱਪ ਛਾਂ ਇਹ ਸਾਰਾ ਕੁਝ ਉਸ ਮੁੱਠੀ ਦੇ ਵਿੱਚ ਆ ਗਿਆ। ਸੋਹਣੀ ਨੇ ਅਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ, ਤੇ ਉਸ ਕੁਦਰਤ ਦੀ ਦੇਵੀ ਨੇ ਅਸਮਾਨ ਤੋਂ ਜਦੋਂ ਖੜੋ ਕੇ ਧਰਤੀ ਵੱਲ ਤੱਕਿਆ, ਇਹ ਮੁੱਠੀ ਖੋਲੀ ਤੇ ਸੁੱਟਿਆ ਸਭ ਕੁਝ ਹੇਠ ਤਕਾ ਕੇ। ਤਾਂ ਉਸ ਮਤਲਬ ਕਿ ਦੌੜੀ ਨੇ ਮੁੱਠੀ ਖੋਲੀ ਤੇ ਧਰਤੀ ਵੱਲ ਇਹ ਸੁੱਟਤੀ, ਮਤਲਬ ਕਿ ਉਹ ਮੁੱਠੀ ਦੇ ਵਿੱਚ ਜੋ ਕੁਝ ਆਇਆ ਉਹਨੇ ਧਰਤੀ ਵੱਲ ਸੁੱਟਤਾ। ਤਾਂ ਇਹ ਮੁੱਠੀ ਡਿੱਗੀ ਜਿਸ ਥਾਵੇਂ ਧਰਤੀ ਤੇ ਆ ਕੇ ਇਹ ਮੁੱਠੀ ਡਿੱਗੀ ਸਾਰੀ, ਮਤਲਬ ਕਿ ਜਿਸ ਜਗ੍ਹਾ ਤੇ ਧਰਤੀ ਤੇ ਆ ਕੇ ਮੁੱਠੀ ਡਿੱਗੀ ਆ ਉਸ ਥਾਂ ਉਹ ਕਸ਼ਮੀਰ ਬਣ ਗਿਆ ਟੁਕੜੀ ਜੱਗ ਤੋਂ ਨਿਆਰੀ। ਮਤਲਬ ਕਿ ਉਸ ਜਗ੍ਹਾ ਤੇ ਹੁਣ ਕਸ਼ਮੀਰ ਹੈ ਧਰਤੀ ਪਰ ਛੂ ਅਸਮਾਨੀ ਸੁੰਦਰਤਾ ਵਿੱਚ ਲਿਸ਼ਕੇ, ਧਰਤੀ ਦੇ ਰਸ ਸਵਾਦ ਨਜ਼ਾਰੇ ਰਮਜ ਅਰਸ਼ ਦੀ ਚਸਕੇ। ਤਾਂ ਮਤਲਬ ਕਿ ਭਾਈ ਵੀਰ ਸਿੰਘ ਜੀ ਕਹਿ ਰਹੇ ਆ ਕਿ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਦੇ ਵਿੱਚ ਭਾਵੇਂ ਕਿ ਇਹ ਇੱਕ ਧਰਤੀ ਦਾ ਛੋਟਾ ਜਿਹਾ ਟੁਕੜਾ ਹੀ ਹੈ ਕਸ਼ਮੀਰ, ਪਰ ਫਿਰ ਵੀ ਇਹਦੇ ਵਿੱਚ ਜਿਹੜੀ ਕੁਦਰਤੀ ਸੁੰਦਰਤਾ ਤੇ ਅਸਮਾਨੀ ਨਜ਼ਾਰੇ ਝਲਕ ਰਹੇ ਆ
ਇਹ ਇੱਕ ਰੱਬ ਦੀ ਬਣਾਈ ਹੋਈ ਅਦੁੱਤੀ ਮਤਲਬ ਕਿ ਅਦੁੱਤੀ ਦਾਤ ਹੈ ਇਸ ਧਰਤੀ ਤੇ ਬਹੁਤ ਸੋਹਣੀ ਮਤਲਬ ਕਿ ਸੁੰਦਰਤਾ ਨਾਲ ਭਰਪੂਰ ਕਸ਼ਮੀਰ ਆ। ਸੋ ਅਗਲੀ ਕਵਿਤਾ ਜਿਹੜੀ ਬ੍ਰਿਸ਼ ਹੈ, ਧਰਤੀ ਦੇ ਤੰਗ ਦੇ ਲੋਕੋ ਨਾਲ ਅਸਾਂ ਕਿਉਂ ਲੜਦੇ, ਚੌੜੇ ਦਾਉ ਅਸੀਂ ਨਹੀਂ ਵਧਣਾ ਸਿੱਧੇ ਜਾਣਾ ਚੜਦੇ। ਤਾਂ ਬ੍ਰਿਸ਼ ਕਹਿ ਰਿਹਾ ਹੈਗਾ ਕਿ ਇਹ ਤੰਗ ਦੇ ਲੋਕੋ ਸਾਡੇ ਨਾਲ ਤੁਸੀਂ ਕਿਉਂ ਲੜਦੇ ਹੋ, ਅਸੀਂ ਚੌੜੇ ਨਹੀਂ ਹੋਣਾ, ਅਸੀਂ ਸਿੱਧੇ ਤਾਂ ਨੂੰ ਵਧਣਾ, ਅਸੀਂ ਕੋਈ ਜਗ੍ਹਾ ਨਹੀਂ ਰੁਕਣੀ। ਘੇਰੇ ਤੇ ਫੈਲਾਓ ਸਾਡੇ ਵਿੱਚ ਅਸਮਾਨਾ ਹੁਸਨ, ਮਤਲਬ ਕਿ ਜਿਹੜੀ ਜਗ੍ਹਾ ਅਸੀਂ ਰੋਕਣੀ ਉਹ ਤਾਂ ਅਸਮਾਨ ਦੇ ਵਿੱਚ ਜਾ ਕੇ ਰੋਕਣੀ ਹੈ। ਘੇਰੇ ਤੇ ਫੈਲਾਓ ਸਾਡੇ ਵਿੱਚ ਅਸਮਾਨਾ ਹੁਸਨ, ਗਿੱਠ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੇ, ਮਤਲਬ ਕਿ ਅਸੀਂ ਗਿੱਠ ਜਗ੍ਹਾ ਤਾਂ ਤੂੰ ਮੱਲੀ ਹੈ ਧਰਤੀ ਤੇ, ਗਿੱਠ ਥਾਂ ਦੇ ਵਿੱਚ ਸਾਡਾ ਜਿਹੜਾ ਕਿ ਜਿਹੜਾ ਤਣਾ ਹੈ ਉਹ ਹੈ, ਤੇ ਅਜੇ ਵੀ ਤੁਸੀਂ ਸਾਡੇ ਨਾਲ ਲੜਦੇ ਹੋ, ਸਾਡੇ ਤੋਂ ਨਫ਼ਰਤ ਕਰਦੇ ਹੋ, ਸਾਨੂੰ ਵੱਢਦੇ ਹੋ। ਇਸ ਤਰ੍ਹਾਂ ਜਿਹੜੀਆਂ ਚਾਰੇ ਕਵਿਤਾਵਾਂ ਭਾਈ ਵੀਰ ਸਿੰਘ ਦੀਆਂ, ਸਭ ਤੋਂ ਪਹਿਲਾਂ ਕਵਿਤਾ ਜਿਵੇਂ ਪੜ੍ਹੀ ਆਪਾਂ ਸਮਾਂ, ਬਿਨ ਫਸ਼ਾ ਦਾ ਫੁੱਲ, ਟੁਕੜੀ ਜਗ ਤੋਂ ਨਹਿਰੀ ਤੇ ਬ੍ਰਿਸ਼ ਕਵਿਤਾ, ਇਹ ਚਾਰੇ ਕਵਿਤਾਵਾਂ ਯਾਦ ਰੱਖਣੀਆਂ ਹੈਗੀਆਂ। ਉਮੀਦ ਕਰਦਾ ਕਿ ਪੂਰੀ ਚੰਗੀ ਤਰ੍ਹਾਂ ਤੁਹਾਨੂੰ ਸਮਝ ਲੱਗਿਆ ਹੋਣਾਗਾ। ਅੱਜ ਦਾ ਆਪਣਾ ਇਹ ਟੌਪਿਕ, ਅੱਜ ਦਾ ਟੌਪਿਕ ਇੱਥੇ ਵਿਰਾਮ ਦਿੰਦੇ ਆ। ਧੰਨਵਾਦ।